ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸ਼ਹੀਦ ਭਗਤ ਸਿੰਘ ਜੀਵਨੀ, ਜੋ ਕਿ ਬਲਬੀਰ ਸੰਧਾ ਡਡਵਿੰਡੀ ਦੇ ਦੁਆਰਾ ਲਿਖੀ ਗਈ ਹੈ। ਸੋ ਸ਼ੁਰੂ ਕਰਦੇ ਹਾਂ। ਮੁੱਢਲਾ ਜੀਵਨ। ਸੰਸਾਰ ਦੇ ਵਿੱਚ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਦੁਨੀਆ ਤੋਂ ਚਲੇ ਜਾਣ ਦੇ ਬਾਅਦ ਵੀ ਆਪਣੇ ਦੇਸ਼ ਅਤੇ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚੋਂ ਕਦੀ ਨਹੀਂ ਜਾਂਦੇ। ਆਪਣੇ ਮਹਾਨ ਕੰਮਾਂ ਕਰਕੇ ਉਹਨਾਂ ਦਾ ਨਾਂ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਅਜਿਹਾ ਹੀ ਇੱਕ ਨਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਵੀ ਹੈ, ਜਿਸ ਨੂੰ ਭਾਰਤੀ ਯੁੱਗਾਂ ਤੱਕ ਯਾਦ ਰੱਖਣਗੇ। ਇਹੋ ਜਿਹੇ ਨੌਜਵਾਨਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਭਗਤ ਸਿੰਘ ਦਾ ਜਨਮ ਤੇ ਬਚਪਨ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਈਸਵੀ ਨੂੰ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਦੇ ਬੰਗਾ ਪਿੰਡ ਵਿੱਚ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੇ ਘਰ ਹੋਇਆ ਸੀ। ਉਹਨਾਂ ਦੇ ਜਨਮ ਸਮੇਂ ਉਹਨਾਂ ਦੇ ਪਿਤਾ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਲੈਣ ਕਾਰਨ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਸਨ। ਸਰਦਾਰ ਕਿਸ਼ਨ ਸਿੰਘ ਦੇ ਦੋ ਛੋਟੇ ਭਰਾ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਸਰਵਨ ਸਿੰਘ ਵੀ ਉਸ ਸਮੇਂ ਜੇਲ੍ਹ ਵਿੱਚ ਬੰਦ ਸਨ। ਸਰਦਾਰ ਅਜੀਤ ਸਿੰਘ ਮਾਡਲੇ ਜੇਲ੍ਹ ਵਿੱਚ ਅਤੇ ਸਰਦਾਰ ਸਰਵਨ ਸਿੰਘ ਆਪਣੇ ਵੱਡੇ ਭਰਾ ਸਰਦਾਰ ਕਿਸ਼ਨ ਸਿੰਘ ਨਾਲ ਹੀ ਲਾਹੌਰ ਵਿੱਚ ਸਜ਼ਾ ਭੁਗਤ ਰਹੇ ਸਨ। ਘਰ ਵਿੱਚ ਉਹਨਾਂ ਦੀ ਮਾਂ ਵਿਦਿਆਵਤੀ, ਦਾਦਾ ਅਰਜਨ ਸਿੰਘ ਅਤੇ ਦਾਦੀ ਜੈ ਕੌਰ ਸਨ। ਭਗਤ ਸਿੰਘ ਦਾ ਜਨਮ ਸਾਰਿਆਂ ਲਈ ਹੀ ਸ਼ੁਭ ਸਾਬਤ ਹੋਇਆ। ਉਸ ਦੇ ਜਨਮ ਤੋਂ ਤੀਸਰੇ ਦਿਨ ਹੀ ਉਹਨਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਚਾਚਾ ਸਰਦਾਰ ਸਰਵਨ ਸਿੰਘ ਜ਼ਮਾਨਤ 'ਤੇ ਰਿਹਾ ਹੋ ਕੇ ਘਰ ਆ ਗਏ ਅਤੇ ਇਸੇ ਸਮੇਂ ਦੂਜਾ ਚਾਚਾ ਸਰਦਾਰ ਅਜੀਤ ਸਿੰਘ ਵੀ ਰਿਹਾ ਕਰ ਦਿੱਤਾ ਗਿਆ। ਇਸ ਤਰ੍ਹਾਂ ਭਗਤ ਸਿੰਘ ਦੇ ਜਨਮ ਲੈਂਦੇ ਸਾਰ ਹੀ ਘਰ ਵਿੱਚ ਖੁਸ਼ੀਆਂ ਆ ਗਈਆਂ। ਇਸ ਬਾਲਕ ਨੂੰ ਕਿਸਮਤ ਵਾਲਾ ਸਮਝ ਕੇ ਉਸ ਦੀ ਦਾਦੀ ਨੇ ਉਹਨਾਂ ਦਾ ਨਾਂ ਭਗਤ ਸਿੰਘ ਰੱਖ ਦਿੱਤਾ। ਭਗਤ ਸਿੰਘ ਆਪਣੇ ਮਾਤਾ ਪਿਤਾ ਦੀ ਦੂਸਰੀ ਔਲਾਦ ਸਨ। ਉਹਨਾਂ ਦੇ ਵੱਡੇ ਭਰਾ ਦਾ ਨਾਂ ਜਗਤ ਸਿੰਘ ਸੀ, ਜਿਸ ਦੀ ਮੌਤ 11 ਸਾਲ ਦੀ ਉਮਰ ਵਿੱਚ ਹੋ ਗਈ ਸੀ। ਸਰਦਾਰ ਕਿਸ਼ਨ ਸਿੰਘ ਦੇ 6 ਪੁੱਤਰ ਜਗਤ ਸਿੰਘ, ਭਗਤ ਸਿੰਘ, ਕੁਲਬੀਰ ਸਿੰਘ, ਕੁਲਤਾਰ ਸਿੰਘ, ਰਜਿੰਦਰ ਸਿੰਘ, ਰਣਬੀਰ ਸਿੰਘ ਅਤੇ 3 ਧੀਆਂ ਬੀਬੀ ਅਮਰ ਕੌਰ, ਬੀਬੀ ਪ੍ਰਕਾਸ਼ ਕੌਰ ਅਤੇ ਬੀਬੀ ਸ਼ਕੁੰਤਲਾ ਸਨ। ਦੇਸ਼ ਪਿਆਰ ਦਾ ਜਜ਼ਬਾ ਭਗਤ ਸਿੰਘ ਨੂੰ ਆਪਣੇ ਪਰਿਵਾਰ ਕੋਲੋਂ ਵਿਰਸੇ ਵਿੱਚ ਹੀ ਮਿਲਿਆ ਸੀ। ਉਹਨਾਂ ਦੇ ਦਾਦਾ ਅਰਜਨ ਸਿੰਘ ਵੀ ਅੰਗਰੇਜ਼ ਸਰਕਾਰ ਦੇ ਕੱਟੜ ਵਿਰੋਧੀ ਸਨ। ਭਗਤ ਸਿੰਘ ਦੇ ਚਾਚੇ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਸਰਵਨ ਸਿੰਘ ਵੀ ਆਪਣੇ ਪਿਤਾ ਵਾਂਗ ਨਿਡਰ ਅਤੇ ਦੇਸ਼ ਭਗਤ ਸਨ। ਇਸੇ ਤਰ੍ਹਾਂ ਭਗਤ ਸਿੰਘ ਦੇ ਪਿਤਾ ਤੇ ਦੇਸ਼ ਦੀ ਆਜ਼ਾਦੀ ਖਾਤਰ ਅੰਗਰੇਜ਼ਾਂ ਵਿਰੁੱਧ ਅੰਦੋਲਨ ਵਿੱਚ ਸਰਕਾਰ ਵੱਲੋਂ 42 ਵਾਰ ਮੁਕੱਦਮੇ ਚਲਾਏ ਗਏ ਅਤੇ ਉਹਨਾਂ ਨੂੰ 2.5 ਸਾਲ ਕੈਦ ਦੀ ਸਜ਼ਾ ਅਤੇ 2 ਸਾਲ ਨਜ਼ਰਬੰਦ ਰੱਖਿਆ ਗਿਆ। ਸਰਦਾਰ ਅਜੀਤ ਸਿੰਘ ਨੇ ਪਗੜੀ ਸੰਭਾਲ ਜੱਟਾ ਲਹਿਰ ਸ਼ੁਰੂ ਕੀਤੀ ਸੀ। ਇਸ ਲਈ ਅੰਗਰੇਜ਼ ਉਹਨਾਂ ਤੋਂ ਬਹੁਤ ਭੈਭੀਤ ਸਨ। ਅੰਗਰੇਜ਼ਾਂ ਨੇ ਜੂਨ 1907 ਨੂੰ ਉਹਨਾਂ ਨੂੰ ਭਾਰਤ ਤੋਂ ਦੂਰ ਬਰਮਾ ਦੀ ਰਾਜਧਾਨੀ ਰੰਗੂਨ ਭੇਜ ਦਿੱਤਾ। ਉੱਥੋਂ ਰਿਹਾ ਹੋਣ ਤੋਂ ਬਾਅਦ ਉਹ ਈਰਾਨ, ਟਰਕੀ ਅਤੇ ਆਸਟਰੀਆ ਹੁੰਦੇ ਹੋਏ ਜਰਮਨੀ ਪਹੁੰਚੇ, ਜਿੱਥੋਂ ਉਹ 1946 ਈਸਵੀ ਨੂੰ ਭਾਰਤ ਵਾਪਸ ਪਰਤੇ। ਇਸ ਤਰ੍ਹਾਂ ਭਗਤ ਸਿੰਘ ਨੂੰ ਦੇਸ਼ ਭਗਤੀ ਅਤੇ ਆਜ਼ਾਦੀ ਦਾ ਪਾਠ ਘਰੋਂ ਹੀ ਪੜ੍ਹਨ ਨੂੰ ਮਿਲਿਆ। ਉਸ ਦੀਆਂ ਆਦਤਾਂ, ਉਹਨਾਂ ਦਾ ਵਿਵਹਾਰ ਬਚਪਨ ਤੋਂ ਹੀ ਅਨੋਖਾ ਸੀ। ਉਹ ਅਜੇ 3 ਸਾਲ ਦੇ ਹੀ ਸਨ ਕਿ ਉਹਨਾਂ ਦੇ ਪਿਤਾ ਦੇ ਦੋਸਤ ਨੰਦ ਕਿਸ਼ੋਰ ਮਹਿਤਾ ਨੇ ਭਗਤ ਸਿੰਘ ਨੂੰ ਖੇਤ ਵਿੱਚ ਮਿੱਟੀ ਨਾਲ ਖੇਡਦੇ ਨੂੰ ਪੁੱਛਿਆ ਕਿ ਕੀ ਕਰ ਰਿਹਾ ਹੈ। ਮੈਂ ਬੰਦੂਕਾਂ ਬੀਜ ਰਿਹਾ ਹਾਂ। ਇੰਜ ਕਿਉਂ ਕਰ ਰਹੇ ਹੋ ਮੇਰੇ ਬੱਚੇ? ਮਹਿਤਾ ਜੀ ਨੇ ਫਿਰ ਸਵਾਲ ਕੀਤਾ। ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਾਨੂੰ ਬੰਦੂਕਾਂ ਦੀ ਲੋੜ ਹੈ, ਭਗਤ ਸਿੰਘ ਦਾ ਉੱਤਰ ਸੀ। ਮਹਿਤਾ: ਤੇਰਾ ਧਰਮ ਕੀ ਹੈ? ਭਗਤ ਸਿੰਘ: ਦੇਸ਼ ਦੀ ਸੇਵਾ ਕਰਨਾ। ਇਸੇ ਤੇ ਮਹਿਤਾ ਜੀ ਬਹੁਤ ਖੁਸ਼ ਹੋਏ ਤੇ ਉਸ ਨੂੰ ਆਪਣੀਆਂ ਸ਼ੁਭ ਇਛਾਵਾਂ ਦਿੱਤੀਆਂ। ਭਗਤ ਸਿੰਘ ਦੇ ਛੋਟੇ ਚਾਚਾ ਸਰਵਣ ਸਿੰਘ ਵੀ ਆਪਣੇ
ਦੋਵਾਂ ਵੱਡੇ ਭਰਾਵਾਂ ਵਾਂਗ ਹੀ ਆਜ਼ਾਦੀ ਸੰਗਰਾਮੀਆਂ ਸਨ। ਕਿਸ਼ਨ ਸਿੰਘ ਵੱਲੋਂ ਬਣਾਈ ਗਈ ਭਾਰਤ ਮਾਤਾ ਸੁਸਾਇਟੀ ਵਿੱਚ ਉਹ ਵੀ ਸ਼ਾਮਲ ਹੋ ਗਏ। ਉਹਨਾਂ ਨੂੰ ਰਾਜ ਧਰੋਹ ਦੇ ਮੁਕੱਦਮੇ ਵਿੱਚ ਕੈਦ ਦੀ ਸਜ਼ਾ ਹੋਈ ਅਤੇ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਕੀਤਾ ਗਿਆ। ਉੱਥੇ ਉਹਨਾਂ 'ਤੇ ਅਣਮਨੁੱਖੀ ਤਸ਼ੱਦਦ ਕੀਤਾ ਗਿਆ, ਜਿਸ ਨਾਲ ਉਹਨਾਂ ਨੂੰ TB ਦੀ ਨਾਮੁਰਾਦ ਬਿਮਾਰੀ ਲੱਗ ਗਈ ਅਤੇ ਸਿਰਫ 23 ਸਾਲ ਦੀ ਉਮਰ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਇਸ ਤਰ੍ਹਾਂ ਦੇ ਦੇਸ਼ ਭਗਤ ਪਰਿਵਾਰ ਵਿੱਚ ਜਨਮ ਲੈਣ ਕਰਕੇ ਭਗਤ ਸਿੰਘ ਨੂੰ ਦੇਸ਼ ਭਗਤੀ ਅਤੇ ਸੁਤੰਤਰਤਾ ਦਾ ਪਾਠ ਘਰੋਂ ਹੀ ਪੜ੍ਹਨ ਨੂੰ ਮਿਲਿਆ। ਆਪਣੇ ਚਾਚਾ ਅਜੀਤ ਸਿੰਘ ਦੇ ਦੇਸ਼ ਨਿਕਾਲੇ ਦੀ ਘਟਨਾ ਦਾ ਭਗਤ ਸਿੰਘ 'ਤੇ ਅਮਿੱਟ ਪ੍ਰਭਾਵ ਪਿਆ। ਪਤੀ ਦੇ ਵਿਛੋੜੇ ਕਰਕੇ ਅਜੀਤ ਸਿੰਘ ਦੀ ਪਤਨੀ ਅਕਸਰ ਰੋਂਦੀ ਰਹਿੰਦੀ ਸੀ। ਉਹਨਾਂ ਨੂੰ ਰੋਂਦੇ ਦੇਖ ਕੇ ਬਾਲਕ ਭਗਤ ਸਿੰਘ ਆਪਣੀ ਚਾਚੀ ਨੂੰ ਕਹਿੰਦੇ ਸਨ, ਚਾਚੀ ਜੀ ਨਾ ਰੋਵੋ, ਜਦੋਂ ਮੈਂ ਵੱਡਾ ਹੋ ਜਾਵਾਂਗਾ ਤਾਂ ਮੈਂ ਅੰਗਰੇਜ਼ਾਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਕੇ ਆਪਣੇ ਚਾਚੇ ਨੂੰ ਵਾਪਸ ਲੈ ਆਵਾਂਗਾ। ਇਸ ਤਰ੍ਹਾਂ ਦੇਸ਼ ਭਗਤੀ ਦੀ ਭਾਵਨਾ ਭਗਤ ਸਿੰਘ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰੀ ਹੋਈ ਸੀ। ਸਿੱਖਿਆ 4-5 ਸਾਲ ਦੀ ਉਮਰ ਵਿੱਚ ਭਗਤ ਸਿੰਘ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਦਾਖਲ ਕਰਵਾਇਆ ਗਿਆ। ਸਕੂਲ ਵਿੱਚ ਵੀ ਉਹ ਆਪਣੇ ਸਾਥੀਆਂ ਵਿੱਚ ਬਹੁਤ ਪਿਆਰਾ ਸੀ ਅਤੇ ਸਾਰੇ ਉਸ ਨੂੰ ਆਪਣਾ ਦੋਸਤ ਬਣਾਉਣਾ ਚਾਹੁੰਦੇ ਸਨ। ਭਗਤ ਸਿੰਘ ਦੀਆਂ ਆਦਤਾਂ ਬਚਪਨ ਵਿੱਚ ਹੀ ਅਜੀਬ ਤਰ੍ਹਾਂ ਦੀਆਂ ਸਨ। ਜਿੱਥੇ ਬਚਪਨ ਵਿੱਚ ਬੱਚਿਆਂ ਨੂੰ ਖੇਡਣਾ, ਨੱਚਣਾ, ਟੱਪਣਾ ਚੰਗਾ ਲੱਗਦਾ ਹੈ, ਉੱਥੇ ਭਗਤ ਸਿੰਘ ਡੂੰਘੀਆਂ ਸੋਚਾਂ ਸੋਚਦਾ ਰਹਿੰਦਾ ਸੀ। ਉਸ ਨੂੰ ਖੁੱਲ੍ਹੇ ਮਾਹੌਲ ਵਿੱਚ ਘੁੰਮਣਾ ਚੰਗਾ ਲੱਗਦਾ ਸੀ। ਉਂਝ ਭਗਤ ਸਿੰਘ ਬਹੁਤ ਹੀ ਤੇਜ਼ ਦਿਮਾਗ ਵਾਲਾ ਬਾਲਕ ਸੀ। ਕੁਝ ਚਿਰ ਬਾਅਦ ਭਗਤ ਸਿੰਘ ਦੇ ਪਿਤਾ ਜੀ ਲਾਹੌਰ ਦੇ ਨਜ਼ਦੀਕ ਨਵਾਂਕੋਟ ਸਥਾਨ 'ਤੇ ਚਲੇ ਗਏ। ਭਗਤ ਸਿੰਘ ਨੇ ਵੀ ਪ੍ਰਾਇਮਰੀ ਦੀ ਸਿੱਖਿਆ ਪੂਰੀ ਕਰ ਲਈ ਸੀ। ਇਸ ਲਈ ਉਹਨਾਂ ਨੂੰ 1916-1917 ਵਿੱਚ DAV ਸਕੂਲ ਲਾਹੌਰ ਵਿੱਚ ਦਾਖਲ ਕਰਵਾ ਦਿੱਤਾ ਗਿਆ। ਇਸ ਸਕੂਲ ਵਿੱਚ ਭਗਤ ਸਿੰਘ ਨੇ ਅੰਗਰੇਜ਼ੀ, ਉਰਦੂ ਆਦਿ ਵਿਸ਼ਿਆਂ ਦੇ ਨਾਲ-ਨਾਲ ਸੰਸਕ੍ਰਿਤ ਦਾ ਵੀ ਅਧਿਐਨ ਕੀਤਾ। ਕਿਹਾ ਜਾਂਦਾ ਹੈ ਕਿ 22 ਜੁਲਾਈ 1918 ਨੂੰ ਉਹਨਾਂ ਨੇ ਆਪਣੇ ਦਾਦਾ ਜੀ ਨੂੰ ਸੰਸਕ੍ਰਿਤ ਵਿੱਚ ਚਿੱਠੀ ਲਿਖੀ ਸੀ। ਇਸੇ ਦੌਰਾਨ ਸੰਨ 1919 ਵਿੱਚ ਰੋਲਟ ਐਕਟ ਦੇ ਵਿਰੋਧ ਵਿੱਚ ਸਾਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ। ਇਸੇ ਤਰ੍ਹਾਂ ਦਾ ਇੱਕ ਰੋਸ ਪ੍ਰਦਰਸ਼ਨ ਅੰਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿੱਚ ਵੀ ਹੋ ਰਿਹਾ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਅੰਗਰੇਜ਼ੀ ਹਕੂਮਤ ਦੇ ਜਨਰਲ ਡਾਇਰ ਨੇ ਇਹਨਾਂ ਨਿਹੱਥੇ ਲੋਕਾਂ ਨੂੰ ਬਿਨਾਂ ਵਾਰਨਿੰਗ ਦਿੱਤੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਜਿਸ ਨਾਲ ਦੇਸ਼ ਭਗਤ ਭਾਰਤੀਆਂ ਵਿੱਚ ਅੰਗਰੇਜ਼ਾਂ ਪ੍ਰਤੀ ਰੋਸ ਹੋਰ ਵੀ ਜ਼ਿਆਦਾ ਭੜਕ ਗਿਆ। ਇਸ ਕਾਂਡ ਦਾ ਭਗਤ ਸਿੰਘ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ। ਉਹ ਦੇਸ਼ ਲਈ ਸ਼ਹੀਦ ਹੋਣ ਵਾਲੇ ਵੀਰਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਅੰਮ੍ਰਿਤਸਰ ਪਹੁੰਚੇ। ਸਾਰਾ ਬਾਗ ਖੂਨ ਦੀ ਨਦੀ ਨਾਲ ਭਿੱਜਿਆ ਹੋਇਆ ਸੀ, ਜਿਸ ਨੂੰ ਦੇਖ ਕੇ ਭਗਤ ਸਿੰਘ ਦਾ ਖੂਨ ਖੌਲ ਉੱਠਿਆ। ਉਸਨੇ ਖੂਨ ਨਾਲ ਭਿੱਜੀ ਮਿੱਟੀ ਆਪਣੀ ਮੁੱਠ ਵਿੱਚ ਲੈ ਕੇ ਕੁਰਬਾਨੀ ਦਾ ਪ੍ਰਣ ਕੀਤਾ ਅਤੇ ਇਸ ਮਿੱਟੀ ਨੂੰ ਮੱਥੇ ਨਾਲ ਲਾ ਕੇ ਬੋਤਲ ਵਿੱਚ ਭਰ ਕੇ ਰੱਖ ਲਿਆ। ਉੱਧਰ ਸੰਨ 1920 ਵਿੱਚ ਮਹਾਤਮਾ ਗਾਂਧੀ ਵੱਲੋਂ ਅਸਹਿਯੋਗ ਅੰਦੋਲਨ ਚਲਾਇਆ ਗਿਆ। ਇਸ ਅੰਦੋਲਨ ਰਾਹੀਂ ਦੇਸ਼ ਵਾਸੀਆਂ ਤੋਂ ਮੰਗ ਕੀਤੀ ਗਈ ਕਿ ਵਿਦਿਆਰਥੀ ਸਕੂਲ ਛੱਡ ਦੇਣ, ਸਰਕਾਰੀ ਨੌਕਰੀਆਂ ਤਿਆਗ ਦਿੱਤੀਆਂ ਜਾਣ। ਇਸ ਤੋਂ ਪ੍ਰਭਾਵਿਤ ਹੋ ਕੇ ਭਗਤ ਸਿੰਘ ਨੇ ਵੀ 1921 ਵਿੱਚ ਸਕੂਲ ਛੱਡ ਦਿੱਤਾ। ਉਸ ਵੇਲੇ ਉਹ 9ਵੀਂ ਜਮਾਤ ਦੇ ਵਿਦਿਆਰਥੀ ਸਨ। ਇਸ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਦੇਸ਼ ਵਿੱਚ ਦੇਸ਼ ਭਗਤਾਂ ਵੱਲੋਂ ਆਪਣੇ ਸਕੂਲ ਅਤੇ ਕਾਲਜ ਸਥਾਪਿਤ ਕੀਤੇ ਗਏ। ਲਾਲਾ ਲਾਜਪਤ ਰਾਏ ਨੇ ਲਾਹੌਰ ਵਿੱਚ ਨੈਸ਼ਨਲ ਕਾਲਜ ਦੀ ਸਥਾਪਨਾ ਕੀਤੀ ਸੀ। ਭਗਤ ਸਿੰਘ ਨੇ ਵੀ ਇਸੇ ਕਾਲਜ ਵਿੱਚ ਦਾਖਲਾ ਲੈ ਲਿਆ। ਕ੍ਰਾਂਤੀਕਾਰੀਆਂ ਦੇ ਸੰਪਰਕ ਵਿੱਚ ਨੈਸ਼ਨਲ ਕਾਲਜ ਵਿੱਚ ਉਹਨਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਵਧਣ ਫੁੱਲਣ ਦਾ ਚੰਗਾ ਮੌਕਾ ਮਿਲਿਆ। ਇਸ ਕਾਲਜ ਦਾ ਮਾਹੌਲ ਭਗਤ ਸਿੰਘ ਨੂੰ ਚੰਗਾ ਲੱਗਾ। ਕਾਲਜ ਵਿੱਚ ਹੀ ਉਹਨਾਂ ਦੀ ਮੁਲਾਕਾਤ ਯਸ਼ਪਾਲ, ਭਗਵਤੀ ਚਰਨ, ਸੁਖਦੇਵ, ਰਾਮ ਕਿਸ਼ਨ, ਤੀਰਥ ਰਾਮ, ਝੰਡਾ ਸਿੰਘ ਆਦਿ ਕ੍ਰਾਂਤੀਕਾਰੀਆਂ ਨਾਲ ਹੋਈ। ਭਗਵਤੀ ਚਰਨ ਅਤੇ ਸੁਖਦੇਵ ਦਾ ਉਹਨਾਂ ਦੇ ਜੀਵਨ ਵਿੱਚ ਲੰਬੇ ਸਮੇਂ ਤੱਕ ਸਾਥ ਰਿਹਾ। ਕਾਲਜ ਦੀ ਪੜ੍ਹਾਈ ਦੇ ਇਲਾਵਾ ਇਸ ਕਾਲਜ ਵਿੱਚ ਭਾਈ ਪਰਮਾਨੰਦ, ਲਾਲਾ ਲਾਜਪਤ ਰਾਏ ਆਦਿ ਦੇ ਭਾਸ਼ਣ ਵੀ ਹੁੰਦੇ ਰਹਿੰਦੇ ਸਨ।
ਇਸ ਤਰ੍ਹਾਂ ਇਹਨਾਂ ਭਾਸ਼ਣਾਂ ਤੋਂ ਸਾਰੇ ਵਿਦਿਆਰਥੀਆਂ ਨੂੰ ਦੇਸ਼ ਭਗਤੀ, ਰਾਸ਼ਟਰਵਾਦ ਆਦਿ ਦੀ ਸਿੱਖਿਆ ਮਿਲਦੀ ਰਹਿੰਦੀ ਸੀ। ਪ੍ਰੋਫੈਸਰ ਜੈਚੰਦ ਵਿਦਿਆ ਅਲੰਕਾਰ ਇਸ ਕਾਲਜ ਵਿੱਚ ਇਤਿਹਾਸ ਦੇ ਅਧਿਆਪਕ ਸਨ। ਸਾਰੇ ਵਿਦਿਆਰਥੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਸਨ। ਭਗਤ ਸਿੰਘ ਨਾਲ ਪ੍ਰੋਫੈਸਰ ਜੈਚੰਦ ਵਿਦਿਆ ਅਲੰਕਾਰ ਦਾ ਵਿਸ਼ੇਸ਼ ਪਿਆਰ ਸੀ। ਉਹ ਭਗਤ ਸਿੰਘ ਨੂੰ ਕ੍ਰਾਂਤੀਆਂ ਬਾਰੇ ਦੱਸਦੇ ਰਹਿੰਦੇ ਸਨ। ਉਹਨਾਂ ਦਾ ਕਈ ਕ੍ਰਾਂਤੀਕਾਰੀਆਂ ਨਾਲ ਸੰਬੰਧ ਸੀ। ਉਹਨਾਂ ਦੇ ਵਿਚਾਰਾਂ ਦਾ ਭਗਤ ਸਿੰਘ ਉੱਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਸੀ। ਇਸ ਤਰ੍ਹਾਂ ਉਹ ਹੀ ਭਗਤ ਸਿੰਘ ਦੇ ਰਾਜਨੀਤਿਕ ਗੁਰੂ ਸਨ। ਪੜ੍ਹਾਈ ਵਿੱਚ ਭਗਤ ਸਿੰਘ ਬਹੁਤ ਮਿਹਨਤ ਕਰਦੇ ਸਨ। ਇਤਿਹਾਸ ਅਤੇ ਰਾਜਨੀਤੀ ਵਿੱਚ ਉਹਨਾਂ ਦੀ ਵਿਸ਼ੇਸ਼ ਰੁਚੀ ਸੀ। ਇਹਨਾਂ ਵਿਸ਼ਿਆਂ ਨੂੰ ਲੈ ਕੇ ਉਹ ਆਪਣੇ ਸਾਥੀਆਂ ਅਤੇ ਅਧਿਆਪਕਾਂ ਨਾਲ ਖੁੱਲ੍ਹ ਕੇ ਬਹਿਸ ਕਰਦੇ ਰਹਿੰਦੇ ਸਨ। ਇਸ ਦੇ ਨਾਲ ਹੀ ਉਹ ਹਸਮੁਖ ਅਤੇ ਸ਼ਰਾਰਤੀ ਵਿਦਿਆਰਥੀ ਵੀ ਸਨ। ਜਦੋਂ ਉਹ ਨੈਸ਼ਨਲ ਕਾਲਜ ਲਾਹੌਰ ਦੇ ਵਿਦਿਆਰਥੀ ਸਨ ਤਾਂ ਪ੍ਰੋਫੈਸਰ ਸੋਢੀ ਉਹਨਾਂ ਨੂੰ ਭਾਰਤੀ ਇਤਿਹਾਸ ਪੜ੍ਹਾਉਂਦੇ ਸਨ। ਵਿਦਿਆਰਥੀ ਜੀਵਨ ਦੀਆਂ ਹੋਰ ਸਰਗਰਮੀਆਂ। ਪੜ੍ਹਾਈ ਦੇ ਨਾਲ ਨਾਲ ਹੀ ਭਗਤ ਸਿੰਘ ਦੀ ਰੁਚੀ ਦੇਸ਼ ਵਿਚਲੀਆਂ ਸਮੱਸਿਆਵਾਂ ਵੱਧਦੀ ਗਈ। ਉਸ ਸਮੇਂ ਦੀਆਂ ਵਾਪਰ ਰਹੀਆਂ ਨਵੀਆਂ ਘਟਨਾਵਾਂ ਪ੍ਰਤੀ ਉਹ ਹਮੇਸ਼ਾ ਸੁਚੇਤ ਰਹਿੰਦੇ ਸਨ ਅਤੇ ਇਹਨਾਂ ਵਿੱਚ ਉਹਨਾਂ ਦਾ ਸਰਗਰਮ ਸਹਿਯੋਗ ਵੀ ਰਹਿੰਦਾ ਸੀ। ਇਸ ਦੀ ਉਦਾਹਰਣ ਭਗਤ ਸਿੰਘ ਵੱਲੋਂ ਆਪਣੇ ਦਾਦਾ ਸਰਦਾਰ ਅਰਜਨ ਸਿੰਘ ਨੂੰ ਲਿਖੀ ਚਿੱਠੀ ਤੋਂ ਮਿਲਦੀ ਹੈ। ਇਸ ਚਿੱਠੀ ਵਿੱਚ ਉਹਨਾਂ ਆਪਣੇ ਦਾਦਾ ਜੀ ਨੂੰ ਲਿਖਿਆ ਸੀ, ਇੰਨੀ ਦਿਨੀ ਰੇਲਵੇ ਕਰਮਚਾਰੀ ਹੜਤਾਲ ਦੀ ਯੋਜਨਾ ਬਣਾ ਰਹੇ ਹਨ। ਆਸ਼ਾ ਹੈ ਕਿ ਇਹ ਅਗਲੇ ਹਫ਼ਤੇ ਬਾਅਦ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਭਗਤ ਸਿੰਘ ਦੀ ਰੁਚੀ ਗੀਤ ਗਾਉਣ, ਜੋਸ਼ੀਲੇ ਨਾਟਕ ਖੇਡਣ, ਭਾਸ਼ਣ ਕਰਨ ਅਤੇ ਕਵਿਤਾਵਾਂ ਬੋਲਣ ਵਿੱਚ ਵੀ ਸੀ। ਉਹ ਕੌਮੀ ਨਾਟਕ ਕਲੱਬ ਦਾ ਉੱਘਾ ਮੈਂਬਰ ਸੀ। ਇਸ ਨਾਟਕ ਮੰਡਲੀ ਨੇ ਜਦੋਂ ਚੰਦਰਗੁਪਤ ਮੌਰਿਆ ਨਾਟਕ ਖੇਡਿਆ ਤਾਂ ਭਗਤ ਸਿੰਘ ਨੇ ਨਾਇਕ ਸ਼ਸ਼ੀ ਗੁਪਤ ਦਾ ਰੋਲ ਕੀਤਾ। ਦੇਖਣ ਵਾਲਿਆਂ ਭਗਤ ਸਿੰਘ ਦੇ ਰੋਲ ਦੀ ਤਾਰੀਫ ਕੀਤੀ। ਉਸ ਸਮੇਂ ਭਾਈ ਪਰਮਾਨੰਦ ਜੀ ਨੇ ਭਗਤ ਸਿੰਘ ਨੂੰ ਅਸੀਸ ਦਿੰਦੇ ਹੋਏ ਕਿਹਾ, ਮੇਰਾ ਭਗਤ ਸਿੰਘ ਆਉਣ ਵਾਲੇ ਸਮੇਂ ਵਿੱਚ ਸੱਚੀ ਦਾ ਸ਼ਸ਼ੀ ਗੁਪਤ ਸਿੱਧ ਹੋਵੇਗਾ। ਭਗਤ ਸਿੰਘ ਵਾਲੀ ਇਸ ਨਾਟਕ ਮੰਡਲੀ ਨੇ ਰਾਣਾ ਪ੍ਰਤਾਪ, ਮਹਾਭਾਰਤ ਅਤੇ ਹੋਰ ਕਈ ਇਤਿਹਾਸਕ ਮਹੱਤਵ ਵਾਲੇ ਨਾਟਕ ਵੀ ਖੇਡੇ ਅਤੇ ਲੋਕਾਂ ਵਿੱਚ ਦੇਸ਼ ਭਗਤੀ ਜਗਾਈ। ਕੌਮੀ ਨਾਟਕ ਕਲੱਬ ਦਾ ਮਨੋਰਥ ਲੋਕਾਂ ਅੰਦਰ ਜਜ਼ਬਾ ਭਰਨਾ ਸੀ ਅਤੇ ਲੋਕਾਂ ਨੂੰ ਬਰਤਾਨਵੀ ਸਾਮਰਾਜ ਦੇ ਵਿਰੁੱਧ ਖੜ੍ਹਾ ਕਰਨਾ ਸੀ। ਇਸ ਲਈ ਇਹਨਾਂ ਨੇ ਇਤਿਹਾਸਕ ਨਾਟਕਾਂ ਤੋਂ ਬਿਨਾਂ ਬਰਤਾਨਵੀ ਸਾਮਰਾਜ ਦੇ ਜ਼ੁਲਮ ਦੀ ਵਿਥਿਆ ਬਿਆਨ ਕਰਦੇ ਅਨੇਕਾਂ ਨਾਟਕ ਖੇਡੇ। ਇਹਨਾਂ ਦਾ ਹਿੰਦੀ ਵਿੱਚ ਖੇਡਿਆ ਗਿਆ ਨਾਟਕ ਭਾਰਤ ਦੀ ਦੁਰਦਸ਼ਾ, ਬਰਤਾਨਵੀ ਸਾਮਰਾਜ ਹੇਠ ਹੋਈ ਭਾਰਤ ਦੀ ਤਬਾਹੀ ਦੀ ਕਹਾਣੀ ਨੂੰ ਬਿਆਨ ਕਰਦਾ ਨਾਟਕ ਸੀ। ਜਦੋਂ ਸਰਕਾਰ ਨੂੰ ਜਾਪਿਆ ਕਿ ਇਹ ਨਾਟਕ ਮੰਡਲੀ ਸੁੱਤੇ ਹੋਏ ਭਾਰਤੀਆਂ ਦੇ ਮਨਾਂ ਅੰਦਰ ਕੌਮੀ ਜਜ਼ਬਾ ਭਰਨ ਦਾ ਕੰਮ ਕਰ ਰਹੀ ਹੈ ਤਾਂ ਬਰਤਾਨਵੀ ਸਰਕਾਰ ਨੇ ਕੌਮੀ ਨਾਟਕ ਕਲੱਬ ਉੱਪਰ ਪਾਬੰਦੀ ਲਾ ਦਿੱਤੀ। ਨਾਟਕ ਕਲੱਬ ਉੱਪਰ ਲੱਗੀ ਪਾਬੰਦੀ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਸੋਚਣ ਲਈ ਮਜਬੂਰ ਕੀਤਾ ਕਿ ਉਹਨਾਂ ਨੇ ਆਪਣੀ ਗੱਲ ਹੁਣ ਲੋਕਾਂ ਤੱਕ ਕਿਵੇਂ ਪਹੁੰਚਾਉਣੀ ਹੈ। ਭਗਤ ਸਿੰਘ ਨੂੰ ਪ੍ਰਭਾਵਿਤ ਕਰਨ ਵਾਲੀਆਂ ਸ਼ਖਸੀਅਤਾਂ। ਜਿਵੇਂ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਕਿ ਭਗਤ ਸਿੰਘ ਦਾ ਪਰਿਵਾਰ ਇੱਕ ਸੁਤੰਤਰਤਾ ਪ੍ਰੇਮੀ ਪਰਿਵਾਰ ਸੀ। ਆਦਮੀ ਦਾ ਆਪਣਾ ਪਰਿਵਾਰ ਉਸ ਦਾ ਸਭ ਤੋਂ ਪਹਿਲਾ ਸਕੂਲ ਹੁੰਦਾ ਹੈ। ਇਸ ਲਈ ਭਗਤ ਸਿੰਘ ਦੇ ਚਰਿੱਤਰ ਨਿਰਮਾਣ ਵਿੱਚ ਸਭ ਤੋਂ ਪਹਿਲਾ ਪ੍ਰਭਾਵ ਉਹਨਾਂ ਦੇ ਪਰਿਵਾਰ ਦਾ ਹੀ ਪਿਆ ਸੀ। ਆਪਣੇ ਪਰਿਵਾਰ ਵਿੱਚੋਂ ਉਹ ਸਭ ਤੋਂ ਵਧੇਰੇ ਪ੍ਰਭਾਵਿਤ ਆਪਣੇ ਚਾਚਾ ਅਜੀਤ ਸਿੰਘ ਤੋਂ ਹੋਏ ਸਨ। ਉਹਨਾਂ ਤੋਂ ਬਾਅਦ ਉਹ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਸਨ। ਉਹ ਉਸ ਨੂੰ ਆਪਣਾ ਗੁਰੂ ਮੰਨਦੇ ਸਨ। ਸੰਨ 1914-15 ਵਿੱਚ ਕੈਨੇਡਾ ਅਤੇ ਅਮਰੀਕਾ ਤੋਂ ਪਰਤੇ ਪੰਜਾਬੀ ਕਿਸਾਨਾਂ ਵੱਲੋਂ ਗਦਰ ਲਹਿਰ ਸ਼ੁਰੂ ਕੀਤੀ ਗਈ ਸੀ। ਇਸ ਲਹਿਰ ਸਮੇਂ ਉਹ ਲਹਿਰ ਦੇ ਆਗੂ ਕਰਤਾਰ ਸਿੰਘ ਸਰਾਭਾ, ਰਾਸ ਬਿਹਾਰੀ ਬੋਸ ਆਦਿ ਨੇਤਾਵਾਂ ਦੇ ਸੰਪਰਕ ਵਿੱਚ ਆਏ। ਇਹ ਲੋਕ ਚੰਦਾ ਅਤੇ ਸਲਾਹ ਮਸ਼ਵਰੇ ਕਰਨ ਲਈ ਬੰਗਾ ਵਿੱਚ ਸਰਦਾਰ ਕਿਸ਼ਨ ਸਿੰਘ ਨੂੰ ਮਿਲਣ ਆਉਂਦੇ ਰਹਿੰਦੇ ਸਨ। ਕਰਤਾਰ ਸਿੰਘ ਸਰਾਭਾ ਨੂੰ 1915 ਵਿੱਚ ਲਾਹੌਰ ਸਾਜ਼ਿਸ਼ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਕਰਤਾਰ ਸਿੰਘ ਸਰਾਭਾ ਬਾਰੇ ਉਸ ਵਿਰੁੱਧ ਚੱਲੇ ਮੁਕੱਦਮੇ ਵਿੱਚ ਪੜਤਾਲੀਆ ਅਦਾਲਤ ਨੇ ਕਿਹਾ ਸੀ, ਉਹ ਨਾਬਾਲਗ ਹੈ, ਕੋਈ ਸ਼ੱਕ ਨਹੀਂ, ਪਰ ਉਹ ਬਾਗੀਆਂ ਵਿੱਚੋਂ ਸਭ ਤੋਂ ਖਤਰਨਾਕ ਹੈ।
ਉਸ ਨਾਲ ਨਾ ਤਾਂ ਕੋਈ ਨਰਮੀ ਦਿਖਾਈ ਜਾ ਸਕਦੀ ਹੈ ਤੇ ਨਾ ਦਿਖਲਾਣੀ ਚਾਹੀਦੀ ਹੈ। ਸੰਨ 1916 ਵਿੱਚ ਸਿਰਫ 20 ਸਾਲ ਦੀ ਉਮਰ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਫਾਂਸੀ ਦੇ ਦਿੱਤੀ ਗਈ ਸੀ। ਉਸ ਨੇ ਹੱਸਦੇ ਹੱਸਦੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਆਪਣੀ ਕੁਰਬਾਨੀ ਦੇ ਦਿੱਤੀ। ਭਾਵੇਂ ਉਸ ਵੇਲੇ ਭਗਤ ਸਿੰਘ ਇੱਕ ਬਾਲਕ ਹੀ ਸੀ, ਪਰ ਫਿਰ ਵੀ ਉਹ ਉਸ ਤੋਂ ਪ੍ਰਭਾਵਿਤ ਹੋਏ ਬਿਨਾਂ ਨਾ ਰਹਿ ਸਕਿਆ। 9 ਸਾਲਾਂ ਦੇ ਬਾਲਕ ਭਗਤ ਸਿੰਘ ਉੱਤੇ ਇਸ ਦੇਸ਼ ਭਗਤ ਦੀ ਕੁਰਬਾਨੀ ਦਾ ਡੂੰਘਾ ਅਸਰ ਪਿਆ ਸੀ। ਇਸ ਗੱਲ ਦਾ ਅਨੁਮਾਨ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਜਦੋਂ ਉਹ ਗ੍ਰਿਫਤਾਰ ਹੋਏ ਤਾਂ ਉਹਨਾਂ ਕੋਲੋਂ ਕਰਤਾਰ ਸਿੰਘ ਸਰਾਭਾ ਦੀ ਫੋਟੋ ਮਿਲੀ ਸੀ, ਜਿਸ ਨੂੰ ਉਹ ਹਮੇਸ਼ਾ ਆਪਣੀ ਜੇਬ ਵਿੱਚ ਰੱਖਦੇ ਸਨ। ਆਪਣੇ ਘਰ ਵੀ ਉਹ ਸਰਾਭੇ ਦੀ ਫੋਟੋ ਆਪਣੀ ਮਾਂ ਨੂੰ ਦਿਖਾਉਂਦੇ ਹੋਏ ਅਕਸਰ ਕਹਿੰਦੇ ਰਹਿੰਦੇ ਸਨ, ਮਾਂ ਇੱਧਰ ਦੇਖ, ਕਿੰਨੀ ਛੋਟੀ ਉਮਰ ਵਿੱਚ ਸ਼ਹੀਦ ਹੋਇਆ ਹੈ ਮੇਰਾ ਗੁਰੂ। ਘਰ ਵਿੱਚ ਵੀ ਕੰਮ ਕਰਦੇ ਸਮੇਂ ਅਤੇ ਇੱਧਰ ਉੱਧਰ ਘੁੰਮਦੇ ਸਮੇਂ ਉਹ ਸਰਾਭਾ ਦਾ ਸਭ ਤੋਂ ਪਸੰਦੀਦਾ ਗੀਤ ਬੈਤ ਤਰਜ ਵਿੱਚ ਗਾਇਆ ਕਰਦੇ ਸਨ। ਸੇਵਾ ਦੇਸ਼ ਦੀ ਜਿੰਦੜੀ ਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿੰਨਾ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਭਗਤ ਸਿੰਘ ਦਾ ਰਹਿਣ ਸਹਿਣ ਵੀ ਬੜਾ ਸਾਦਾ ਸੀ। ਉਹ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਸਾਦਾ ਪਹਿਰਾਵਾ ਦੇ ਪ੍ਰਤੀਕ ਬਣ ਗਏ ਸਨ। ਉਹਨਾਂ ਦੇ ਕੱਪੜੇ ਅਸਤ ਵਿਅਸਤ ਬੇਢੰਗੇ ਹੁੰਦੇ ਸਨ। ਪਾਟੇ ਪੁਰਾਣੇ ਕੱਪੜਿਆਂ ਤੋਂ ਵੀ ਉਹਨਾਂ ਨੂੰ ਕੋਈ ਪਰਹੇਜ਼ ਨਹੀਂ ਸੀ। ਕਦੀ ਕਦੀ ਤਾਂ ਉਹ ਲੁੰਗੀ ਵਿੱਚ ਹੀ ਕਾਲਜ ਚਲੇ ਜਾਂਦੇ ਸਨ। ਉਹਨਾਂ ਦੀ ਇਸ ਆਦਤ ਸੰਬੰਧੀ ਉਹਨਾਂ ਦੇ ਸਾਥੀ ਸ਼ਿਵ ਵਰਮਾ ਨੇ ਲਿਖਿਆ ਹੈ, ਮੈਨੂੰ ਕੋਈ ਅਜਿਹਾ ਮੌਕਾ ਯਾਦ ਨਹੀਂ ਜਦੋਂ ਮੈਂ ਉਸਨੂੰ ਕਿਤਾਬਾਂ ਚੁੱਕੇ ਹੋਏ ਨਾ ਦੇਖਿਆ ਹੋਵੇ। ਮੈਂ ਉਸਨੂੰ ਪਾਟੇ ਪੁਰਾਣੇ ਕੱਪੜਿਆਂ, ਇੱਥੋਂ ਤੱਕ ਕਿ ਲੀਰਾਂ ਵਿੱਚ ਵੀ ਵੇਖਿਆ ਹੈ, ਪਰ ਉਸ ਵੇਲੇ ਵੀ ਉਸਦੇ ਹੱਥਾਂ ਵਿੱਚ ਕਿਤਾਬਾਂ ਹੁੰਦੀਆਂ ਸਨ। ਭਗਤ ਸਿੰਘ ਤੇ ਵਿਆਹ ਲਈ ਦਬਾਅ। 1923 ਵਿੱਚ ਭਗਤ ਸਿੰਘ ਨੇ FA ਪਾਸ ਕਰਕੇ BA ਭਾਗ ਪਹਿਲਾ ਵਿੱਚ ਦਾਖਲਾ ਲਿਆ। ਉਦੋਂ ਹਾਲਾਤ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਪੜ੍ਹਾਈ ਛੱਡ ਕੇ ਸੰਘਰਸ਼ ਦੇ ਰਾਹ ਪੈ ਜਾਣ। ਉੱਧਰ ਉਹ ਆਪਣੇ ਪਰਿਵਾਰ ਵਿੱਚ ਸਾਰਿਆਂ ਤੋਂ ਵੱਡੇ ਹੋਣ ਕਰਕੇ ਸਭ ਦੇ ਲਾਡਲੇ ਸਨ। ਘਰ ਲਈ ਜੋ ਜ਼ਿੰਮੇਵਾਰੀਆਂ ਉਹਨਾਂ ਦੇ ਵੱਡੇ ਭਰਾ ਜਗਤ ਸਿੰਘ ਨੇ ਕਰਨੀਆਂ ਸਨ, ਉਹ ਵੀ ਅਚਾਨਕ ਭਰਾ ਦੀ ਮੌਤ ਤੋਂ ਬਾਅਦ ਭਗਤ ਸਿੰਘ ਦੇ ਮੋਢਿਆਂ 'ਤੇ ਆ ਪਈਆਂ ਸਨ। ਦਾਦੀ ਮਾਂ ਆਪਣੇ ਲਾਡਲੇ ਨੂੰ ਵਿਆਹੁਣਾ ਚਾਹੁੰਦੀ ਸੀ, ਪਰ ਭਗਤ ਸਿੰਘ ਦੇ ਮਨ ਵਿੱਚ ਲਾੜੀ ਮੌਤ ਨੱਚ ਰਹੀ ਸੀ। ਉਹ ਭਾਰਤ ਨੂੰ ਆਜ਼ਾਦ ਕਰਵਾਉਣਾ ਚਾਹੁੰਦੇ ਸੀ। ਉਸ ਦੀ ਤਮੰਨਾ ਸੀ ਕਿ ਆਜ਼ਾਦ ਭਾਰਤ ਵਿੱਚ ਹੀ ਉਹ ਵਿਆਹ ਕਰਵਾਏਗਾ, ਨਹੀਂ ਤਾਂ ਲਾੜੀ ਮੌਤ ਨਾਲ ਹੀ ਲਾਵਾਂ ਲਵੇਗਾ। ਇੱਕ ਪਾਸੇ ਮਾਪਿਆਂ ਦੀ ਜਿੱਦ ਸੀ ਤੇ ਦੂਸਰੇ ਪਾਸੇ ਭਗਤ ਸਿੰਘ ਦਾ ਫੈਸਲਾ। ਇੱਕ ਦਿਨ ਇਲਾਕੇ ਦੇ ਮੰਨੇ ਪ੍ਰਮੰਨੇ ਜਗੀਰਦਾਰ ਦਾ ਬੇਟਾ ਆਪਣੀ ਸੁੰਦਰ ਅਤੇ ਸੁਸ਼ੀਲ ਭੈਣ ਲਈ ਭਗਤ ਸਿੰਘ ਨੂੰ ਦੇਖਣ ਆਇਆ। ਭਗਤ ਸਿੰਘ ਉਹਨਾਂ ਨੂੰ ਪਸੰਦ ਆ ਗਿਆ। ਮੰਗਣੀ ਦੀ ਤਾਰੀਖ ਮੁਕਰਰ ਕਰ ਦਿੱਤੀ ਗਈ, ਪਰ ਮੰਗਣੀ ਦੀ ਨਿਸ਼ਚਿਤ ਤਾਰੀਖ ਤੋਂ ਪਹਿਲਾਂ ਭਗਤ ਸਿੰਘ ਘਰ ਤੋਂ ਲਾਹੌਰ ਗਏ ਅਤੇ ਫਿਰ ਪਤਾ ਨਹੀਂ ਕਿੱਥੋਂ ਕਿੱਥੇ ਚਲੇ ਗਏ। ਉਹਨਾਂ ਨੇ ਪਿਤਾ ਜੀ ਨੂੰ ਇੱਕ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ, ਪੂਜਨੀਕ ਪਿਤਾ ਜੀ, ਇਹ ਵਿਆਹ ਦਾ ਸਮਾਂ ਨਹੀਂ ਹੈ। ਦੇਸ਼ ਮੈਨੂੰ ਬੁਲਾ ਰਿਹਾ ਹੈ। ਮੈਂ ਦੇਸ਼ ਦੀ ਤਨ ਮਨ ਧਨ ਨਾਲ ਸੇਵਾ ਕਰਨ ਦੀ ਸਹੁੰ ਚੁੱਕੀ ਹੈ ਅਤੇ ਇਹ ਸਾਡੇ ਲਈ ਕੋਈ ਨਵੀਂ ਗੱਲ ਵੀ ਨਹੀਂ ਹੈ। ਸਾਡਾ ਪੂਰਾ ਪਰਿਵਾਰ ਦੇਸ਼ ਭਗਤੀ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ। 1910 ਵਿੱਚ ਮੇਰੇ ਜਨਮ ਤੋਂ 2-3 ਸਾਲ ਬਾਅਦ ਹੀ ਚਾਚਾ ਸਵਰਨ ਸਿੰਘ ਦਾ ਜੇਲ੍ਹ ਵਿੱਚ ਸਵਰਗਵਾਸ ਹੋ ਗਿਆ। ਚਾਚਾ ਅਜੀਤ ਸਿੰਘ ਵਿਦੇਸ਼ਾਂ ਵਿੱਚ ਜਲਾਵਤਨੀ ਦਾ ਜੀਵਨ ਬਿਤਾ ਰਹੇ ਹਨ। ਤੁਸੀਂ ਵੀ ਜੇਲ੍ਹ ਵਿੱਚ ਬਹੁਤ ਦੁੱਖ ਝੱਲੇ ਹਨ। ਮੈਂ ਸਿਰਫ ਤੁਹਾਡੇ ਰਾਹ 'ਤੇ ਹੀ ਚੱਲ ਰਿਹਾ ਹਾਂ ਅਤੇ ਇਸ ਲਈ ਇਸ ਤਰ੍ਹਾਂ ਦੀ ਗੁਸਤਾਖੀ ਕਰ ਰਿਹਾ ਹਾਂ। ਕਿਰਪਾ ਕਰਕੇ ਮੈਨੂੰ ਵਿਆਹ ਦੀਆਂ ਜੰਜੀਰਾਂ ਵਿੱਚ ਨਾ ਜਕੜੋ, ਬਲਕਿ ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਆਪਣੇ ਆਦਰਸ਼ਾਂ ਵਿੱਚ ਸਫਲ ਹੋਵਾਂ। ਇਸ ਭਾਗ ਦੇ ਵਿੱਚ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।